ਹੈਲੋ एवरीवन। ਅੱਜ ਆਪਾਂ ਕਰਾਂਗੇ ਚੈਪਟਰ 5 ਦੇ ਪਾਰਟ ਬੀ ਦੇ ਕੁਐਸਚਨ ਆਨਸਰ। ਪਾਰਟ ਬੀ ਦੇ ਵਿੱਚ ਸਾਡੇ ਕੋਲ ਹੈਗੇ ਆ ਸ਼ਾਰਟ ਆਨਸਰ ਟਾਈਪ ਕੁਐਸਚਨਸ ਐਂਡ ਫਸਟ ਕੁਐਸਚਨ ਇਜ਼ what is artificial intelligence। artificial intelligence ਕੀ ਹੁੰਦੀ ਹੈ? ਤਾਂ artificial intelligence ਇੱਕ ਬਹੁਤ ਵੱਡੇ ਲੈਵਲ ਤੇ ਯੂਜ਼ ਕੀਤੀ ਜਾਣ ਵਾਲੀ ਕੰਪਿਊਟਰ ਸਾਇੰਸ ਦੀ ਬ੍ਰਾਂਚ ਆ, ਜਿਹਦੇ ਨਾਲ ਸਾਡੀਆਂ ਜਿਹੜੀਆਂ ਮਸ਼ੀਨਸ ਹੈਗੀਆਂ ਏ ਉਹ ਔਖੇ ਤੋਂ ਔਖੇ ਜਿਹੜੇ ਟਾਸਕ ਆ ਉਹਨਾਂ ਨੂੰ ਪਰਫੋਰਮ ਕਰ ਸਕਦੀਆਂ ਏ, ਸਮਾਰਟ ਬਣਦੀਆਂ ਏ ਸਾਡੀਆਂ ਮਸ਼ੀਨਾਂ ਏ ਜੋ ਵੀ। ਅਤੇ ਆਰਟੀਫਿਸ਼ਲ ਇੰਟੈਲੀਜੈਂਟ ਐਬਿਲਿਟੀ ਦਿੰਦੀ ਆ ਕਿਸੇ ਵੀ ਮਸ਼ੀਨ ਨੂੰ ਕੁਛ ਵਧੀਆ ਕਰਨ ਦੇ ਲਈ ਜਾਂ ਕੁਛ ਔਖੇ ਤੋਂ ਔਖਾ ਟਾਸਕ ਕਰਨ ਦੇ ਲਈ। ਸੈਕਿੰਡ ਕੁਐਸਚਨ ਹੈ ਸਾਡੇ ਕੋਲ ਵਟ ਆਰ ਦਾ ਟਾਈਪਸ ਐਂਡ ਸਬ ਟਾਈਪਸ ਆਫ AI। ਆਰਟੀਫਿਸ਼ਲ ਇੰਟੈਲੀਜੈਂਸ ਦੀਆਂ ਕਿਸਮਾਂ ਅਤੇ ਅੱਗੇ ਉਹਦੀਆਂ ਸਬ ਟਾਈਪਸ ਕੀ ਹੈ। ਡਿਪੈਕਟ ਦੈਮ ਵਿਦ ਦਾ ਹੈਲਪ ਆਫ ਡਾਇਆਗ੍ਰਾਮ, ਅਤੇ ਡਾਇਆਗ੍ਰਾਮ ਦੀ ਹੈਲਪ ਦੇ ਨਾਲ ਦੱਸੋ। ਤਾਂ ਆਰਟੀਫਿਸ਼ਲ ਇੰਟੈਲੀਜੈਂਸ ਆ ਜਿਹੜੀ ਇਹ ਮੇਨ ਦੋ ਟਾਈਪਸ ਆ ਇਹਦੀਆਂ, ਟਾਈਪ 1 ਅਤੇ ਟਾਈਪ 2। ਅਤੇ ਅੱਗੇ ਟਾਈਪ 1 ਦੇ ਵਿੱਚ ਸਬ ਟਾਈਪਸ ਹੈਗੀਆਂ ਨੈਰੋ AI, ਜਨਰਲ AI, ਸਟਰੋਂਗ AI। ਅਤੇ ਟਾਈਪ 2 ਦੇ ਵਿੱਚ ਹੈਗੀ ਆ ਰਿਐਕਟਿਵ ਮਸ਼ੀਨਸ, ਲਿਮਿਟਿਡ ਮੈਮਰੀ, ਥਿਊਰੀ ਆਫ ਮਾਈਂਡ, ਸੈਲਫ ਅਵੇਅਰਨੈਸ। ਥਰਡ ਕੁਐਸਚਨ ਹੈ ਸਾਡੇ ਕੋਲ ਡਿਫਰੈਂਸ਼ੀਏਟ ਬਿਟਵੀਨ ਦਾ ਨੈਰੋ AI ਐਂਡ ਜਨਰਲ AI। ਨੈਰੋ AI ਅਤੇ ਜਨਰਲ AI ਦੇ ਵਿੱਚ ਕੀ ਫ਼ਰਕ ਹੈ? ਤਾਂ ਨੈਰੋ ਆਰਟੀਫਿਸ਼ਲ ਇੰਟੈਲੀਜੈਂਸ ਆ ਜਿਹੜੀ ਇਹ ਫੋਕਸ ਕਰਦੀ ਹੈ ਸਿਰਫ ਇੱਕ ਪ੍ਰੋਬਲਮ ਦੇ ਉੱਤੇ, ਸਿਰਫ ਇੱਕ ਟਾਸਕ ਦੇ ਉੱਤੇ, ਜਦ ਕਿ ਜਨਰਲ AI ਹੈਗੀ ਆ ਜਿਹੜੀ ਇਹ ਬਹੁਤ ਸਾਰੇ ਟਾਸਕਸ ਦੇ ਉੱਤੇ, ਬਹੁਤ ਸਾਰੀਆਂ ਪ੍ਰੋਬਲਮਸ ਦੇ ਉੱਤੇ ਫੋਕਸ ਕਰਦੀ ਆ। ਮਤਲਬ ਇੱਕ ਟਾਈਮ 'ਤੇ ਕਾਫੀ ਜ਼ਿਆਦਾ ਪ੍ਰੋਬਲਮਸ ਨੂੰ ਸੋਲਵ ਕਰਨ ਦੀ, ਕਾਫੀ ਜ਼ਿਆਦਾ ਟਾਸਕ ਹੈਂਡਲ ਕਰਨ ਦੀ ਇਹਦੇ ਵਿੱਚ ਸਮਰੱਥਾ ਹੈਗੀ ਆ। ਜਿਹੜੀ ਨੈਰੋ AI ਆ ਇਹ ਅਨਫੁਲਫਿਲਡ ਹੁੰਦੀ ਆ, ਮਤਲਬ ਪੂਰੀ ਤਰੀਕੇ ਦੇ ਨਾਲ ਅਸੀਂ ਇਹਦੇ ਤੋਂ ਕੋਈ ਵੀ ਜਿਹੜਾ ਕੰਮ ਹੈਗਾ ਇਹ ਸਹੀ ਤਰੀਕੇ ਦੇ ਨਾਲ ਜ਼ਿਆਦਾ ਕੰਮ ਆ ਜਿਹੜੇ ਉਹ ਅਸੀਂ ਨਹੀਂ ਕਰਵਾ ਸਕਦੇ, ਜਦ ਕਿ ਜਿਹੜੀ ਜਨਰਲ AI ਹੈਗੀ ਆ ਇਹਦੇ ਕੋਲ ਇਹ ਯੋਗਤਾ ਹੈਗੀ ਆ ਕਿ ਇਹ ਕਾਫੀ ਜ਼ਿਆਦਾ ਟੈਕਨੋਲੋਜੀਜ਼ ਨੂੰ ਯੂਜ਼ ਕਰਕੇ ਕੋਈ ਵੀ ਕੰਮ ਹੈ ਜਿਹੜਾ ਕੋਈ ਵੀ ਟਾਸਕ ਹੈਗਾ ਇੱਕੋ ਸਮੇਂ 'ਤੇ ਕਾਫੀ ਜ਼ਿਆਦਾ ਟਾਸਕ ਆ ਜਿਹੜੇ ਉਹ ਫੁਲਫਿਲ ਕਰ ਸਕਦੀ ਆ। ਫੋਰਥ ਕੁਐਸਚਨ ਹੈ ਸਾਡੇ ਕੋਲ ਵਟ ਡੂ ਯੂ ਮੀਨ ਬਾਈ ਐਕਸਪਰਟ ਸਿਸਟਮਸ। ਐਕਸਪਰਟ ਸਿਸਟਮ ਤੋਂ ਤੁਸੀਂ ਕੀ ਸਮਝਦੇ ਹੋ ਅਤੇ ਐਗਜ਼ਾਮਪਲ ਦੱਸੋ ਐਕਸਪਰਟ ਸਿਸਟਮ ਦੀ। ਤਾਂ ਐਕਸਪਰਟ ਸਿਸਟਮ ਜਿਹੜੀ ਹੈਗੀ ਆ ਕਿ ਇਹ ਨੌਲੇਜ ਬੇਸ ਸਿਸਟਮ ਦੀ ਇੱਕ ਉਦਾਹਰਣ ਹੈ। ਐਕਸਪਰਟ ਸਿਸਟਮ ਆਪਣੇ ਆਪ ਦੇ ਵਿੱਚ ਐਕਸਪਰਟ ਹੁੰਦੇ ਆ ਅਤੇ ਇਹਨਾਂ ਨੂੰ ਨੌਲੇਜ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਨੌਲੇਜ ਬੇਸਡ ਹੁੰਦੇ ਆ ਇਹ ਵਾਲੇ ਜਿਹੜੇ ਸਿਸਟਮ ਆ, ਅਤੇ ਇਹ ਕੁਛ ਸਬ ਸਿਸਟਮ ਤੋਂ ਮਿਲ ਕੇ ਬਣੇ ਆ। ਨੌਲੇਜ ਬੇਸ ਅਤੇ ਇਨਫੇਰੈਂਸ ਇੰਜਨ ਜਿਹੜੇ ਕਿ ਇਹਦੇ ਸਬ ਸਿਸਟਮ ਆ ਜਿਹੜੇ ਕਿ ਇਹਦੀ ਹੈਲਪ ਕਰਦੇ ਆ। ਅਤੇ ਜਿਹੜਾ ਨੌਲੇਜ ਬੇਸ ਰਿਪ੍ਰੇਜ਼ੈਂਟ ਕਰਦਾ ਹੈ ਫੈਕਟਸ ਨੂੰ, ਜੋ ਦੁਨੀਆ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਨੌਲੇਜ ਲੈਣੀ ਹੋਵੇ ਤਾਂ ਉਹਨਾਂ ਚੀਜ਼ਾਂ ਦੇ ਉੱਤੇ ਇਹ ਉਹਨਾਂ ਚੀਜ਼ਾਂ ਦੇ ਬਾਰੇ ਵਿੱਚ ਨੌਲੇਜ ਸਾਨੂੰ ਪ੍ਰੋਵਾਈਡ ਕਰਦਾ ਹੈ। ਇਹਦੇ ਵਿੱਚ ਮਾਈਸਿਨ ਅਤੇ ਡੈਂਡਰਲ ਆ ਜਿਹੜੇ ਇਹ ਅਰਲੀ ਐਕਸਪਰਟ ਸਿਸਟਮਸ ਆ ਜਿਹੜੇ ਹੁਣ ਤੱਕ, ਇਸ ਤੋਂ ਅੱਗੇ ਵੀ ਕਾਫੀ ਆ ਚੁੱਕੇ ਆ ਬਟ ਇਹਦੇ ਵਿੱਚ ਸਿਰਫ 2 ਦੀ ਹੀ ਗੱਲ ਕੀਤੀ ਗਈ ਹੈਗੀ ਆ। ਫਿਫਥ ਕੁਐਸਚਨ ਹੈ ਸਾਡੇ ਕੋਲ ਵਟ ਇਜ਼ ਦਾ ਡਿਫਰੈਂਸ ਬਿਟਵੀਨ ਹਿਊਮਨ ਸਿਸਟਮ ਐਂਡ ਐਕਸਪਰਟ ਸਿਸਟਮ। ਹਿਊਮਨ ਸਿਸਟਮ ਅਤੇ ਐਕਸਪਰਟ ਸਿਸਟਮ ਦੇ ਵਿੱਚ ਕੀ ਫ਼ਰਕ ਹੈ? ਤਾਂ ਹਿਊਮਨ ਸਿਸਟਮ ਤਾਂ ਤੁਹਾਨੂੰ ਪਤਾ ਹੀ ਹੈਗਾ ਜਿਹੜੇ ਹਿਊਮਨ ਐਕਸਪਰਟ ਹੁੰਦੇ ਆ, ਅਤੇ ਐਕਸਪਰਟ ਸਿਸਟਮ ਜਿਹੜਾ ਕਿ ਆਪਾਂ ਹੁਣੇ ਕਰਕੇ ਆਏ ਕਿ ਜਿਹੜੇ ਨੌਲੇਜ ਬੇਸਡ ਸਿਸਟਮ ਹੁੰਦੇ ਆ ਉਹਨਾਂ ਨੂੰ ਐਕਸਪਰਟ ਸਿਸਟਮ ਕਹਿ ਲਿਆ ਜਾਂਦਾ ਹੈ। ਅਤੇ ਇਹ ਰੀਅਲ ਵਰਲਡ ਦੀਆਂ ਪ੍ਰੋਬਲਮਸ ਨੂੰ ਹੱਲ ਕਰਨ ਦੇ ਲਈ, ਸੋਲਵ ਕਰਨ ਦੇ ਲਈ ਯੂਜ਼ ਕੀਤੇ ਜਾਂਦੇ ਆ। ਜਿਵੇਂ ਕਿਸੇ ਬਿਮਾਰੀ ਨੂੰ ਦਾ ਪਤਾ ਲਗਾਉਣ ਦੇ ਲਈ, ਵੱਡੀ ਤੋਂ ਵੱਡੀ ਪ੍ਰੋਬਲਮ ਨੂੰ ਫਾਈਂਡ ਆਊਟ ਕਰਨ ਦੇ ਲਈ, ਲੱਭਣ ਦੇ ਲਈ ਇਸ ਐਕਸਪਰਟ ਸਿਸਟਮ ਦਾ ਸਹਾਰਾ ਲਿਆ ਜਾਂਦਾ ਹੈ। ਇਹਦੇ ਲਈ ਹਿਊਮਨ ਐਕਸਪਰਟ ਦਾ ਹੋਣਾ ਜ਼ਰੂਰੀ ਹੁੰਦਾ ਹੈ। ਐਕਸਪਰਟ ਸਿਸਟਮ ਨੂੰ ਯੂਜ਼ ਕਰਨ ਦੇ ਲਈ ਉਹਨਾਂ ਇਨਸਾਨਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ ਜਿਨ੍ਹਾਂ ਨੂੰ ਉਹਦੇ ਬਾਰੇ ਨੌਲੇਜ ਹੋਵੇ, ਅਤੇ ਉਹ ਤਾਂ ਹੀ ਇਹਨਾਂ ਸਿਸਟਮ ਤੋਂ ਕੋਈ ਵੀ ਕੰਮ ਲੈ ਸਕਦੇ ਆ। ਜਦ ਕਿ ਜਿਹੜੇ ਹਿਊਮਨ ਐਕਸਪਰਟ ਹੁੰਦੇ ਆ ਉਹ ਆਪਣੇ ਆਪ ਦੇ ਵਿੱਚ ਹੀ ਪ੍ਰੋਪਰ ਹੁੰਦੇ ਆ, ਉਹਨਾਂ ਕੋਲ ਇੱਕ ਕੈਪੇਬਿਲਿਟੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਕਰਵਾਉਣ ਦੀ, ਉਹਨਾਂ ਕੋਲ ਨੌਲੇਜ ਹੁੰਦੀ ਆ, ਸੁਪੀਰੀਅਰ ਹੁੰਦੇ ਆ ਆਪਣੇ ਆਪ ਦੇ ਵਿੱਚ ਹੀ, ਜਿਵੇਂ ਕਿ ਕੋਈ ਵੀ ਇੱਕ ਡਾਕਟਰ ਹੋ ਸਕਦਾ ਹੈ। ਤਾਂ ਹਿਊਮਨ ਐਕਸਪਰਟ ਆ ਜਿਹੜੇ ਕਿਸੇ ਵੀ ਵਰਕਿੰਗ ਡੇ ਦੇ ਵਿੱਚ ਅਵੇਲੇਬਲ ਹੋ ਸਕਦੇ ਆ, ਜਦ ਕਿ ਐਕਸਪਰਟ ਸਿਸਟਮ ਆ ਜਿਹੜੇ ਉਹ ਮਸ਼ੀਨਾਂ ਦੇ ਵਿੱਚ ਆ ਜਾਂਦੇ ਆ, ਅਤੇ ਹਿਊਮਨ ਐਕਸਪਰਟ ਆ ਜਿਹੜੇ ਉਹ ਮਸ਼ੀਨਾਂ ਨੂੰ ਯੂਜ਼ ਕਰਨ ਵਾਲੇ ਆ ਜਾਂਦੇ ਆ। ਸਿਕਸਥ ਕੁਐਸਚਨ ਹੈ ਸਾਡੇ ਕੋਲ ਵਟ ਆਰ ਲਿਮੀਟੇਸ਼ਨਸ ਆਫ ਐਕਸਪਰਟ ਸਿਸਟਮਸ। ਐਕਸਪਰਟ ਸਿਸਟਮ ਦੀਆਂ ਕੀ ਲਿਮੀਟੇਸ਼ਨਸ ਆ ਕਿ ਕੀ ਚੀਜ਼ਾਂ ਹੈ ਜਿਹੜੀਆਂ ਐਕਸਪਰਟ ਸਿਸਟਮ ਆ ਨਹੀਂ ਕਰ ਸਕਦੇ।
ਤਾਂ ਐਕਸਪਰਟ ਸਿਸਟਮ ਦੇ ਵਿੱਚ ਜਿਹੜੀਆਂ ਕੁਝ ਲਿਮੀਟੇਸ਼ਨਸ ਆ ਉਹ ਕਿਹੜੀਆਂ ਹੈਗੀਆਂ ਹੈ ਕਿ ਇਹਨਾਂ ਦੇ ਜਿਹੜਾ ਰਿਸਪੌਂਸ ਹੁੰਦਾ ਹੈ ਐਕਸਪਰਟ ਸਿਸਟਮ ਦਾ ਕਈ ਵਾਰੀ ਉਹ ਗਲਤ ਵੀ ਹੋ ਸਕਦਾ ਹੈ। ਜੇਕਰ ਜਿਹੜੀ ਇਨਫੋਰਮੇਸ਼ਨ ਆ ਉਹਦੇ ਵਿੱਚ ਗਲਤ ਫਿਲ ਕਰ ਦਿੱਤੀ ਜਾਵੇ ਤਾਂ ਉਹ ਰਿਜ਼ਲਟ ਆ ਜਿਹੜਾ ਉਸ ਇਨਫੋਰਮੇਸ਼ਨ ਦੇ ਉੱਤੇ ਬੇਸਡ ਹੁੰਦਾ ਹੈ ਤਾਂ ਰਿਜ਼ਲਟ ਵੀ ਫਿਰ ਉਸੇ ਤਰੀਕੇ ਦਾ ਹੀ ਮਿਲਦਾ ਹੈ। ਅਤੇ ਹਿਊਮਨ ਬੀਇੰਗ ਦੀ ਤਰ੍ਹਾਂ ਇਹ ਕ੍ਰੀਏਟਿਵ ਆਊਟਪੁੱਟ ਆ ਡਿਫਰੈਂਟ ਸਿਨੈਰੀਓਜ਼ ਦੀ ਉਹ ਨਹੀਂ ਦੇ ਸਕਦੇ। ਇਹ ਇਹਨਾਂ ਨੂੰ ਮੇਨਟੇਨ ਕਰਕੇ ਰੱਖਣਾ ਇਹਨਾਂ ਦੀ ਡਿਵੈਲਪਮੈਂਟ ਦੇ ਲਈ ਜੋ ਵੀ ਖਰਚਾ ਹੈ ਬਹੁਤ ਜ਼ਿਆਦਾ ਆਉਂਦਾ ਹੈ ਅਤੇ ਇਹਨਾਂ ਦੀ ਡਿਜ਼ਾਈਨਿੰਗ ਆ ਜਿਹੜੀ ਉਹ ਵੀ ਬਹੁਤ ਡਿਫੀਕਲਟ ਹੁੰਦੀ ਆ। 7th ਕੁਐਸਚਨ ਹੈ ਸਾਡੇ ਕੋਲ ਸਮਰਾਈਜ਼ ਅਬਾਊਟ ਸਮ ਕੰਪਿਊਟਰ ਲੈਂਗੁਏਜਸ ਯੂਜ਼ਡ ਇਨ ਦਾ ਫੀਲਡ ਆਫ AI ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਵਰਤੀਆਂ ਜਾਣ ਵਾਲੀਆਂ ਕੁਝ ਲੈਂਗੁਏਜਸ ਬਾਰੇ ਦੱਸੋ। ਅਤੇ ਮੇਨ ਜਿਹੜੀਆਂ ਲੈਂਗੁਏਜਸ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਵਰਤੀਆਂ ਜਾਂਦੀਆਂ ਉਹ ਹੈਗੀਆਂ ਜਾਵਾ, ਪਾਈਥਨ, ਲਿਸਪ, ਪ੍ਰੋਲੋਗ ਅਤੇ C++, ਜਿਹੜੀਆਂ ਕਿ ਬਹੁਤ ਹੀ ਜ਼ਿਆਦਾ ਇਸ ਖੇਤਰ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਜਿਨ੍ਹਾਂ ਦੀ ਹੈਲਪ ਦੇ ਨਾਲ ਇਹਨਾਂ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ ਅਤੇ ਡਿਵੈਲਪਮੈਂਟ ਕੀਤੀ ਜਾਂਦੀ ਹੈ ਵੱਖ ਵੱਖ ਤਰ੍ਹਾਂ ਦੇ ਸੋਫਟਵੇਅਰਸ ਦੀ। ਨੈਕਸਟ ਹੈ ਸਾਡੇ ਕੋਲ ਪਾਰਟ C ਲੌਂਗ ਕੁਐਸਚਨ ਆਨਸਰਸ ਅਤੇ ਫਸਟ ਕੁਐਸਚਨ ਹੈ ਸਾਡੇ ਕੋਲ ਵਾਟ ਆਰ ਦਾ ਐਪਲੀਕੇਸ਼ਨਸ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਐਪਲੀਕੇਸ਼ਨਸ ਕੀ ਆ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜਾ ਇਹਦੇ ਕੋਲ ਕਾਫੀ ਜ਼ਿਆਦਾ ਇਹਦੇ ਏਰੀਆਜ਼ ਹੈਗੇ ਆ। ਅੱਜ ਦੀ ਜਿਹੜੀ ਸਾਡੀ ਸੁਸਾਇਟੀ ਹੈਗੀ ਆ ਕਾਫੀ ਜ਼ਿਆਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਂਦੀ ਆ ਹਰ ਚੀਜ਼ ਦੇ ਵਿੱਚ ਤਾਂ ਕਿ ਅੱਜ ਦੇ ਜਿਹੜੇ ਸਾਡੀਆਂ ਲੋੜਾਂ ਹੈਗੀਆਂ ਹੈ ਸਾਡੀਆਂ ਪ੍ਰੋਬਲਮਸ ਹੈਗੀਆਂ ਹੈ ਉਹਨਾਂ ਨੂੰ ਸੋਲਵ ਕੀਤਾ ਜਾ ਸਕੇ ਵਧੀਆ ਤਰੀਕੇ ਦੇ ਨਾਲ। ਅਤੇ ਇਹਦੇ ਵਿੱਚ ਕੁਝ ਖੇਤਰ ਹੈਗੇ ਆ ਜਿੱਥੇ ਇਸ ਨੂੰ ਜ਼ਿਆਦਾ ਯੂਜ਼ ਕੀਤਾ ਜਾਂਦਾ। AI ਇਨ ਐਸਟਰੋਨੋਮੀ ਸਭ ਤੋਂ ਪਹਿਲਾਂ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਐਸਟਰੋਨੋਮੀ ਦੇ ਵਿੱਚ ਵੀ ਯੂਜ਼ ਕੀਤੀ ਜਾਂਦੀ ਹੈ। ਇਹ ਸੋਲਵ ਕਰਦੀ ਹੈ ਕੰਪਲੈਕਸ ਯੂਨੀਵਰਸ ਪ੍ਰੋਬਲਮਸ ਨੂੰ ਅਤੇ ਹੈਲਪ ਦਿੰਦੀ ਹੈਗੀ ਆ ਯੂਨੀਵਰਸ ਨੂੰ ਸਮਝਣ ਦੇ ਵਿੱਚ ਜਿਹੜੀਆਂ ਵੀ ਔਕੜਾਂ ਆਉਂਦੀਆਂ ਹੈਗੀਆਂ ਉਹਨਾਂ ਨੂੰ ਦੂਰ ਕਰਨ ਦੇ ਲਈ। ਅਤੇ ਦੂਸਰਾ ਹੈਗਾ ਇਹ ਹੈਲਥ ਕੇਅਰ ਦੇ ਵਿੱਚ ਵੀ ਇਹਨੂੰ ਯੂਜ਼ ਕੀਤਾ ਜਾਂਦਾ ਹੈ। ਹੈਲਥ ਕੇਅਰ ਇੰਡਸਟਰੀਜ਼ ਦੇ ਵਿੱਚ ਵੀ AI ਨੂੰ ਅਪਲਾਈ ਕਰਕੇ ਬਹੁਤ ਜ਼ਿਆਦਾ ਬੈਟਰ ਅਤੇ ਫਾਸਟਰ ਜਿਹੜੇ ਸਿੱਟੇ ਲਏ ਜਾਂਦੇ ਜਿਵੇਂ ਕਿਸੇ ਬਿਮਾਰੀ ਦਾ ਪਹਿਲਾਂ ਤੋਂ ਸਟਾਰਟਿੰਗ ਤੋਂ ਹੀ ਪਤਾ ਲਗਾਇਆ ਜਾ ਸਕਦਾ ਹੈ। ਡਾਕਟਰਸ ਦੇ ਦੁਆਰਾ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ। ਕੋਈ ਵੀ ਆਪਰੇਸ਼ਨ ਦੇ ਲਈ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਕੋਈ ਵੀ ਸਰਜਰੀ ਦੇ ਵਿੱਚ ਇਹਨਾਂ ਦੀ ਹੈਲਪ ਲਈ ਜਾਂਦੀ ਆ। ਰਿਪੋਰਟਸ ਮੇਨਟੇਨ ਕਰਨ ਦੇ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਆ। ਥਰਡ ਹੈ ਗੇਮਿੰਗ ਦੇ ਵਿੱਚ ਗੇਮਾਂ ਖੇਡਣ ਦੇ ਲਈ ਗੇਮਾਂ ਬਣਾਉਣ ਦੇ ਲਈ ਵੀ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ। ਫੋਰਥ ਹੈ AI ਇਨ ਸੋਸ਼ਲ ਮੀਡੀਆ ਦੇ ਵਿੱਚ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਇੱਕ ਮੇਨ ਰੋਲ ਅਦਾ ਕਰ ਰਹੀ ਹੈ ਜਿਵੇਂ ਕਿ ਸਾਡੀਆਂ ਫੇਸਬੁੱਕ, ਟਵਿੱਟਰ, ਸਨੈਪਚੈਟ ਅਤੇ ਬਿਲੀਅਨਸ ਆਫ ਯੂਜ਼ਰ ਆ ਜਿਹੜੇ ਉਹਨਾਂ ਨੇ ਪ੍ਰੋਫਾਈਲਸ ਇਹਨਾਂ ਦੇ ਵਿੱਚ ਬਣਾਈਆਂ ਹੁੰਦੀਆਂ ਹੈ ਅਤੇ ਉਹ ਆਪਣੀ ਜਿਹੜੀ ਇਨਫੋਰਮੇਸ਼ਨ ਸਟੋਰ ਕਰਕੇ ਰੱਖ ਸਕਦੇ ਆ ਮੈਨੇਜ ਕਰ ਸਕਦੇ ਆ ਬੜੇ ਹੀ ਵਧੀਆ ਤਰੀਕੇ ਦੇ ਨਾਲ। ਅਤੇ ਉਸ ਤੋਂ ਬਾਅਦ ਹੈ 5th AI ਇਨ ਰੋਬੋਟਿਕਸ ਰੋਬੋਟਸ ਬਣਾਉਣ ਦੇ ਲਈ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਇਹ ਮੇਨ ਰੋਲ ਅਦਾ ਕਰਦੀ ਹੈਗੀ ਆ। ਇਹਦੀ ਹੈਲਪ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਇੰਟੈਲੀਜੈਂਸ ਆ ਜਿਹੜੀ ਰੋਬੋਟਸ ਨੂੰ ਦਿੱਤੀ ਜਾਂਦੀ ਆ ਅਤੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਟਾਸਕ ਆ ਉਹ ਕਰਵਾਏ ਜਾਂਦੇ ਆ। 6th ਹੈ ਸਾਡੇ ਕੋਲ AI ਇਨ ਐਂਟਰਟੇਨਮੈਂਟ ਮਨੋਰੰਜਨ ਦੇ ਵਿੱਚ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕੀਤਾ ਜਾਂਦਾ ਹੈ। ਕਾਫੀ ਜ਼ਿਆਦਾ ਐਪਲੀਕੇਸ਼ਨਸ ਦੀ ਹੈਲਪ ਦੇ ਨਾਲ ਬਣਾਈਆਂ ਜਾਂਦੀਆਂ ਹੈ ਜਿਹੜੀਆਂ ਕਿ ਬਹੁਤ ਵਧੀਆ ਐਂਟਰਟੇਨਮੈਂਟ ਦਾ ਇੱਕ ਸਾਧਨ ਬਣ ਜਾਂਦੀਆਂ ਹੈ। ਅਤੇ AI ਇਨ ਐਜੂਕੇਸ਼ਨ ਦੇ ਵਿੱਚ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਉਹ ਯੂਜ਼ ਕੀਤੀ ਜਾਂਦੀ ਆ। ਇਹਦੇ ਨਾਲ ਗ੍ਰੇਡਿੰਗ ਕਰਨੀ ਸੌਖੀ ਹੋ ਜਾਂਦੀ ਹੈ ਬੱਚਿਆਂ ਨੂੰ ਟੀਚ ਕਰਨਾ ਆਸਾਨ ਹੋ ਜਾਂਦਾ ਹੈ ਅਤੇ ਇਹਦੇ ਨਾਲ ਕਮਿਊਨੀਕੇਸ਼ਨ ਆ ਜਿਹੜੀ ਸਟੂਡੈਂਟਸ ਦੇ ਨਾਲ ਉਹ ਵੀ ਕਰਨੀ ਆਸਾਨ ਹੋ ਜਾਂਦੀ ਹੈ। ਸੈਕਿੰਡ ਕੁਐਸਚਨ ਹੈ ਸਾਡੇ ਕੋਲ ਵਾਟ ਇਜ਼ ਦਾ ਇੰਪੋਰਟੈਂਸ ਆਫ AI ਦੀ ਕੀ ਇੰਪੋਰਟੈਂਸ ਆ ਕੀ ਮਹੱਤਤਾ ਹੈ ਤਾਂ ਉਹੀ ਚੀਜ਼ਾਂ ਜੋ ਆਪਾਂ ਉੱਪਰ ਦੇਖੀਆਂ ਹੈ ਕਿ ਮੈਡੀਕਲ ਸਾਇੰਸ ਦੇ ਖੇਤਰ ਦੇ ਵਿੱਚ ਵੀ ਇਹਦੀ ਕਾਫੀ ਇੰਪੋਰਟੈਂਸ ਹੈਗੀ ਆ ਕਿਉਂਕਿ ਮੈਡੀਕਲ ਫੀਲਡ ਦੇ ਵਿੱਚ ਵੀ ਹਰ ਤਰ੍ਹਾਂ ਦੀ ਨੌਲੇਜ ਲੈਣ ਦੇ ਲਈ ਇਹਨੂੰ ਯੂਜ਼ ਕੀਤਾ ਜਾ ਰਿਹਾ ਹੈਗਾ ਹੈ। ਚਾਹੇ ਕਿਸੇ ਬਿਮਾਰੀ ਦਾ ਪਤਾ ਲਗਾਉਣਾ ਹੋਵੇ ਚਾਹੇ ਕਿਸੇ ਮੈਡੀਸਨ ਦੀ ਖੋਜ ਕਰਨੀ ਹੋਵੇ ਤਾਂ ਇਹਨੂੰ ਯੂਜ਼ ਕੀਤਾ ਜਾਂਦਾ ਹੈ। ਇਨ ਦਾ ਫੀਲਡ ਆਫ ਏਅਰ ਟਰਾਂਸਪੋਰਟ ਦੇ ਵਿੱਚ ਵੀ ਇਹਨੂੰ ਯੂਜ਼ ਕੀਤਾ ਜਾਂਦਾ। ਇਸ ਖੇਤਰ ਦੇ ਵਿੱਚ ਵੀ ਇਹਦੀ ਕਾਫੀ ਮਹੱਤਤਾ ਹੈਗੀ ਆ ਜਿਵੇਂ ਕਿ ਜੋ ਵੀ ਨਵੀਆਂ ਇਨਵੈਸਟਮੈਂਟਸ ਜਾਂ ਕਿਸੇ ਵੀ ਤਰ੍ਹਾਂ ਦੀ ਪਲੈਨਿੰਗ ਕਰਨੀ ਹੋਵੇ ਰੂਟ ਦੀ ਪਲੈਨਿੰਗ ਹੋ ਗਈ ਫਲਾਈਟ ਲੈਂਡਿੰਗ ਦੀ ਹੋ ਗਈ ਟੇਕ ਆਫ ਚਾਰਟ ਬਣਾਉਣ ਦੇ ਲਈ ਤਾਂ ਇਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਨੂੰ ਮੇਨਟੇਨ ਕਰਨ ਦੇ ਲਈ ਏਅਰ ਟਰਾਂਸਪੋਰਟ ਦੇ ਵਿੱਚ AI ਨੂੰ ਯੂਜ਼ ਕੀਤਾ
ਜਾ ਰਿਹਾ ਹੈ। ਇਨ ਦਾ ਫੀਲਡ ਆਫ ਬੈਂਕਿੰਗ ਐਂਡ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ, ਬੈਂਕਿੰਗ ਅਤੇ ਵਿੱਤੀ ਖੇਤਰਾਂ, ਵਿੱਤੀ ਇੰਸਟੀਟਿਊਸ਼ਨਸ ਆ ਜਿਹੜੀਆਂ ਉਸ ਖੇਤਰ ਦੇ ਵਿੱਚ ਵੀ ਇਹਨੂੰ ਯੂਜ਼ ਕੀਤਾ ਜਾ ਰਿਹਾ ਹੈਗਾ ਏ। ਉੱਥੇ ਵੀ ਇਹਦੀ ਕਾਫੀ ਮਹੱਤਤਾ ਹੈਗੀ ਆ, ਜਿਹਦੇ ਨਾਲ ਹਰ ਤਰ੍ਹਾਂ ਦੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੈਗੀਆਂ ਜਿਹੜੀਆਂ ਉਹਨਾਂ ਨੂੰ ਮੈਨੇਜ ਕੀਤਾ ਜਾਂਦਾ ਹੈਗਾ ਏ, ਹੈਂਡਲ ਕੀਤਾ ਜਾਂਦਾ ਏ ਸਾਰੀਆਂ ਦੇ ਸਾਰੀਆਂ ਐਕਟੀਵਿਟੀਜ਼ ਨੂੰ ਬੈਂਕਾਂ ਦੇ ਵਿੱਚ। ਇਨ ਦਾ ਫੀਲਡ ਆਫ ਗੇਮਿੰਗ ਐਂਡ ਐਂਟਰਟੇਨਮੈਂਟ, ਉਵੇਂ ਜਿਵੇਂ ਮੈਂ ਅੱਗੇ ਉੱਪਰ ਦੱਸ ਕੇ ਆਈ ਹਾਂ ਕਿ ਗੇਮਸ ਆ ਜਿਹੜੀਆਂ ਉਹਦੇ ਵਿੱਚ ਵੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹ ਕਾਫੀ ਰੋਲ ਅਦਾ ਕਰਦੀ ਹੈਗੀ ਆ। ਇਹਦੇ ਨਾਲ ਹਰ ਤਰ੍ਹਾਂ ਦੀ ਗੇਮ ਆ ਜਿਹੜੀ ਉਹ ਡਿਵੈਲਪ ਕੀਤੀ ਜਾਂਦੀ ਹੈਗੀ ਆ, ਅਤੇ ਕੋਈ ਵੀ ਇਹਨਾਂ ਗੇਮਸ ਨੂੰ ਖੇਡ ਕੇ ਕੋਈ ਵੀ ਇਹਨਾਂ ਤੋਂ ਆਪਣਾ ਮਨੋਰੰਜਨ ਕਰ ਸਕਦਾ ਏ। ਥਰਡ ਕੁਐਸਚਨ ਹੈ ਸਾਡੇ ਕੋਲ, ਵਾਟ ਆਰ ਦਾ ਪ੍ਰੋਸ ਐਂਡ ਕੌਨਸ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਲਾਭ ਅਤੇ ਹਾਨੀਆਂ ਕੀ ਆ। ਸਭ ਤੋਂ ਪਹਿਲਾਂ ਪ੍ਰੋਸ ਦੀ ਗੱਲ ਕਰਾਂਗੇ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕੋਸਟ ਇਫੈਕਟਿਵ ਹੈਗੀ ਆ। ਹਿਊਮਨ ਦੀ ਤਰ੍ਹਾਂ ਜਿਹੜੇ ਰੋਬੋਟਸ ਅਤੇ ਮਸ਼ੀਨਸ ਆ ਉਹਨਾਂ ਨੂੰ ਹਰ ਮਹੀਨੇ ਜਿਹੜੇ ਹੈਗੇ ਆ ਹਿਊਮਨਸ ਹੈਗੇ ਆ ਉਹਨਾਂ ਨੂੰ ਹਰ ਮਹੀਨੇ ਕੁਛ ਨਾ ਕੁਛ ਪੇ ਕਰਨਾ ਪੈਂਦਾ ਉਹਨਾਂ ਦੇ ਕੰਮ ਦੇ ਬਦਲੇ, ਜਦ ਕਿ ਰੋਬੋਟਸ ਅਤੇ ਮਸ਼ੀਨਸ ਹੈਗੀਆਂ ਉਹਨਾਂ ਨੂੰ ਕੁਝ ਵੀ ਦੇਣ ਦੀ ਲੋੜ ਨਹੀਂ ਹੁੰਦੀ ਕਿ ਉਹਨਾਂ ਨੂੰ ਇੱਕ ਵਾਰੀ ਹੀ ਉਹਨਾਂ 'ਤੇ ਜੋ ਖਰਚਾ ਆਉਂਦਾ ਏ ਉਹ ਓਨਾ ਹੀ ਹੁੰਦਾ ਏ। ਉਸ ਤੋਂ ਬਾਅਦ ਡੋਂਟ ਟੇਕ ਰੈਸਟ, ਜਿਹੜੀਆਂ ਇਹ ਮਸ਼ੀਨਸ ਹੈਗੀਆਂ ਜਾਂ ਜਿਹੜੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਜੋ ਵੀ ਚੀਜ਼ਾਂ ਪਾਈਆਂ ਜਾਂਦੀਆਂ ਏ ਉਹ ਇਨਸਾਨਾਂ ਦੀ ਤਰ੍ਹਾਂ ਉਹ ਰੈਸਟ ਨਹੀਂ ਕਰਦੇ ਹੈਗੇ, ਉਹਨਾਂ ਨੂੰ ਆਰਾਮ ਦੀ ਜ਼ਰੂਰਤ ਨਹੀਂ ਹੁੰਦੀ। ਲੋ ਐਰਰ ਰੇਟ, ਇਹਨਾਂ ਦੇ ਵਿੱਚ ਗਲਤੀਆਂ ਹੋਣ ਦੀ, ਇਹਨਾਂ ਦੁਆਰਾ ਗਲਤੀਆਂ ਹੋਣ ਦੀ ਸਮਰੱਥਾ ਬਹੁਤ ਘੱਟ ਹੁੰਦੀ ਆ, ਜਦ ਕਿ ਮਨੁੱਖਾਂ ਤੋਂ ਗਲਤੀਆਂ ਜਿਹੜੀਆਂ ਜਦੋਂ ਵੀ ਮਰਜ਼ੀ ਹੋ ਸਕਦੀਆਂ ਏ। ਗੁੱਡ ਅਸਿਸਟੈਂਟਸ, ਇਹ ਇੱਕ ਅਸਿਸਟੈਂਟ ਦਾ ਕੰਮ ਵੀ ਕਰਦੇ ਹੈਗੇ ਆ, ਜਿਹਦੇ ਨਾਲ ਕਿਸੇ ਨੂੰ ਵੀ ਡਾਇਰੈਕਸ਼ਨ ਦਿੱਤੀ ਜਾ ਸਕਦੀ ਹੈ, ਕੋਈ ਵੀ ਕੰਮ ਕਰਵਾਇਆ ਜਾ ਸਕਦਾ ਏ। ਉਸ ਤੋਂ ਬਾਅਦ ਅਸੀਂ ਹਾਨੀਆਂ ਦੀ ਗੱਲ ਕਰਾਂਗੇ। ਕੌਨਸ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ, ਹਰ ਇੱਕ ਚੀਜ਼ ਦੇ ਕੁਝ ਫਾਇਦੇ ਹੁੰਦੇ ਆ ਤਾਂ ਨਾਲ ਹੀ ਉਹਦੇ ਨੁਕਸਾਨ ਵੀ ਹੁੰਦੇ ਆ। ਮਸ਼ੀਨਸ ਕੈਨੋਟ ਫੀਲ ਸੈਂਪਥੀ, ਮਸ਼ੀਨਾਂ ਹੈ ਜਿਹੜੀਆਂ ਕਿਸੇ ਦੇ ਨਾਲ ਵੀ ਸੈਂਪਥੀ ਆ ਜਿਹੜੀ ਉਹ ਨਹੀਂ ਪ੍ਰਗਟਾ ਸਕਦੀਆਂ, ਕੋਈ ਵੀ ਦੁੱਖ ਨਹੀਂ ਪ੍ਰਗਟਾ ਸਕਦੀਆਂ, ਅਤੇ ਇਹ ਵੀ ਇੱਕ ਇਹਦੇ ਵਿੱਚ ਕਮੀ ਆ। ਇਨਕਰੀਜ਼ ਇਨ ਅਨਇੰਪਲੋਇਮੈਂਟ, ਇਹ ਬੇਰੁਜ਼ਗਾਰੀ ਦੇ ਵਿੱਚ ਵੀ ਵਾਧਾ ਕਰਦੇ ਆ, ਕਿਉਂਕਿ ਜੇ ਮਸ਼ੀਨਾਂ ਕੰਮ ਕਰਨ ਲੱਗ ਜਾਣਗੀਆਂ ਤਾਂ ਇਨਸਾਨਾਂ ਦੀ ਜਿਹੜੀ ਕਦਰ ਹੈਗੀ ਆ ਕੰਮ ਦੀ ਉਹ ਘੱਟ ਜਾਂਦੀ ਹੈ, ਕਿਉਂਕਿ ਮਸ਼ੀਨਾਂ ਜਿਹੜੀਆਂ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਕੋਈ ਵੀ ਕੰਮ ਆ ਜਿਹੜਾ ਉਹ ਕਰ ਸਕਦੀਆਂ ਹੈ। ਬਟ ਜਿਹੜੇ ਇਨਸਾਨ ਆ ਉਹਨਾਂ ਨੂੰ ਟਾਈਮ ਵੀ ਲੱਗਦਾ ਹੈ, ਉਹ ਥੱਕ ਵੀ ਜਾਂਦੇ ਆ, ਉਹਨਾਂ ਨੂੰ ਪੇ ਵੀ ਕਰਨਾ ਪੈਂਦਾ, ਤਾਂ ਇਹਦੇ ਕਰਕੇ ਹਰ ਕੋਈ ਮਸ਼ੀਨਾਂ ਤੋਂ ਕੰਮ ਲੈਣਾ ਚਾਹੇਗਾ। ਇਹਦੇ ਕਰਕੇ ਆ ਜਿਹੜੇ ਮਸ਼ੀਨਾਂ ਹੈ ਜਿਹੜੀਆਂ ਉਹਨਾਂ ਨੂੰ ਲਗਾਉਣਾ ਜ਼ਿਆਦਾ ਚੰਗਾ ਸਮਝਿਆ ਜਾਂਦਾ ਹੈ, ਅਤੇ ਮਨੁੱਖਾਂ ਦੀ ਜਿਹੜੀ ਜੇ ਉਹਨਾਂ ਨੂੰ ਕੰਮ ਨਹੀਂ ਮਿਲੇਗਾ ਤਾਂ ਬੇਰੁਜ਼ਗਾਰੀ 'ਚ ਵਾਧਾ ਹੋਏਗਾ। ਰਿਸਕ ਆਫ ਲਾਸ ਆਫ ਇੰਪੋਰਟੈਂਟ ਡਾਟਾ, ਅਸੀਂ ਜੋ ਵੀ ਡਾਟਾ ਹੈਗਾ ਹੈ ਸਾਡੀਆਂ ਕੰਪਿਊਟਰ ਡਿਵਾਈਸਿਸ ਆ ਜਾਂ ਜੋ ਵੀ ਡਿਵਾਈਸਿਸ ਹੈਗੇ ਉਹਨਾਂ ਵਿੱਚ ਸੰਭਾਲ ਕੇ ਰੱਖਦੇ ਹਾਂ, ਪਰ ਇਹਦੇ ਵਿੱਚੋਂ ਇਹਨਾਂ ਮਸ਼ੀਨਾਂ ਦੇ ਕਾਰਨ ਇਹ ਜਿਹੜਾ ਸਾਡਾ ਇੰਪੋਰਟੈਂਟ ਡਾਟਾ ਹੈਗਾ ਹੈ ਉਹ ਲੀਕ ਹੋ ਸਕਦਾ ਹੈ, ਤਾਂ ਇਹ ਵੀ ਇਹਦਾ ਰਿਸਕ ਵੱਧ ਜਾਂਦਾ ਹੈ ਲਾਸ ਹੋਣ ਦਾ ਸਾਡੇ ਇੰਪੋਰਟੈਂਟ ਡਾਟਾ ਦਾ। ਮਿਸਯੂਜ਼ ਆਫ AI, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਮਿਸਯੂਜ਼ ਆ ਉਹ ਵੀ ਕੀਤਾ ਜਾ ਸਕਦਾ ਹੈ। ਕੋਈ ਵੀ ਗਲਤ ਹੱਥਾਂ ਦੇ ਵਿੱਚ ਜੇ ਸਾਡੀ ਆਰਟੀਫਿਸ਼ੀਅਲ ਇੰਟੈਲੀਜੈਂਸ ਚਲੀ ਜਾਂਦੀ ਹੈ ਤਾਂ ਜਿਹੜੀਆਂ ਇਹ ਸਾਡੀ ਸੋਸਾਇਟੀ ਨੂੰ ਡਿਸਟਰੋਏ ਕਰ ਸਕਦੀਆਂ ਹੈ, ਉਹਦਾ ਖਾਤਮਾ ਕਰ ਸਕਦੀਆਂ ਹੈ। ਫੋਰਥ ਕੁਐਸਚਨ ਹੈ ਸਾਡੇ ਕੋਲ, ਡਿਸਕਸ ਦਾ ਕਰੈਕਟਰਿਸਟਿਕਸ ਆਫ ਐਕਸਪਰਟ ਸਿਸਟਮਸ, ਐਕਸਪਰਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਦੱਸੋ। ਤਾਂ ਐਕਸਪਰਟ ਸਿਸਟਮ ਆਪਣੇ ਆਪ ਦੇ ਵਿੱਚ ਹੀ ਐਕਸਪਰਟ ਵਰਡ ਜੇ ਆ ਗਿਆ ਹੈ ਤਾਂ ਆਪਣੇ ਆਪ ਨੂੰ ਪੂਰਾ ਕਰਦੇ ਆ। ਤਾਂ ਇਹਦੇ ਵਿੱਚ ਫਸਟ ਜਿਹੜੀ ਇਹਦੀ ਫੀਚਰ ਹੈਗੀ ਆ ਐਕਸਪਰਟਾਈਜ਼, ਐਕਸਪਰਟ ਸਿਸਟਮ ਆ ਜਿਹੜੇ ਐਕਸਪਰਟ ਹੁੰਦੇ ਆ ਆਪਣੇ ਪਾਰਟੀਕੂਲਰ ਏਰੀਆ ਦੇ ਵਿੱਚ। ਕੁਇਕ ਰਿਐਕਸ਼ਨ ਟਾਈਮ, ਇਹ ਸਹੀ ਟਾਈਮ 'ਤੇ ਬੜੀ ਜਲਦੀ ਦੇ ਨਾਲ ਕੋਈ ਵੀ ਰਿਜ਼ਲਟ ਆ ਜਿਹੜਾ ਰਿਸਪੌਂਸ ਆ ਜਿਹੜਾ ਉਹ ਦਿੰਦੇ ਆ ਜੋ ਵੀ ਯੂਜ਼ਰ ਪੁੱਛਦਾ ਏ। ਫਲੈਕਸੀਬਲ ਹੁੰਦੇ ਆ, ਬਹੁਤ ਜ਼ਿਆਦਾ ਫਲੈਕਸੀਬਲ ਆ ਕਿਸੇ ਵੀ ਕੁਐਸਚਨ ਨੂੰ ਹੈਂਡਲ ਕਰਨ ਦੇ ਲਈ। ਰੀਲੀਏਬਲ ਹੁੰਦੇ ਆ ਕਿਉਂਕਿ ਕੋਈ ਵੀ ਮਿਸਟੇਕ ਨਹੀਂ ਕਰਦੇ, ਕੋਈ ਵੀ ਗਲਤੀ ਨਹੀਂ ਕਰਦੇ। ਡਿਸੀਜ਼ਨ ਕੁਆਲਿਟੀ ਹੁੰਦੀ ਹੈ ਇਹਨਾਂ ਦੇ ਵਿੱਚ। ਐਕਸਪਰਟ ਸਿਸਟਮਸ ਆ ਜਿਹੜੇ ਹਾਈ ਕੁਆਲਿਟੀ ਡਿਸੀਜ਼ਨ ਆ ਜਿਹੜੇ ਉਹ ਦਿੰਦੇ ਆ। ਕੰਸਿਸਟੈਂਟ ਆ ਇਹ ਜਿਹੜੇ ਆਨਸਰਸ ਹੈਗੇ ਆ ਸੇਮ ਕੁਐਸਚਨਸ ਦੇ ਉਹ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਸੋਲਵ ਕਰਕੇ ਉਹਨਾਂ ਦਾ ਆਨਸਰ ਆ ਜਿਹੜਾ ਪ੍ਰੋਵਾਈਡ ਕਰਦੇ ਆ। ਕੋਸਟ ਇਫੈਕਟਿਵ ਆ, ਇਹ ਡਿਕਰੀਜ਼ ਕਰਦੇ ਆ, ਕਿਸ ਚੀਜ਼ ਨੂੰ ਘਟਾਉਂਦੇ ਆ, ਕੋਸਟ ਨੂੰ। ਜਿਹੜਾ ਵੀ ਖਰਚਾ ਆਉਂਦਾ ਐਕਸਪਰਟ ਸਿਸਟਮਸ ਦੇ ਉੱਤੇ, ਜਿਵੇਂ ਕਹਿ ਲਓ ਕੋਈ ਮੈਡੀਕਲ ਟਰੀਟਮੈਂਟ ਦਾ, ਕਿਸੇ ਬਿਮਾਰੀ ਦਾ ਪਤਾ ਲਗਾਉਣਾ ਹੈ ਜਾਂ ਕੋਈ ਵੀ ਟਰੀਟਮੈਂਟ ਦੇਣਾ ਹੈ ਤਾਂ ਉਸ ਚੀਜ਼ ਨੂੰ ਕੰਸਲਟ ਕਰਨ ਦੇ ਵਿੱਚ ਐਕਸਪਰਟ ਸਿਸਟਮ ਆ ਜਿਹੜਾ ਉਹਨਾਂ ਬਿਮਾਰੀਆਂ ਦੇ ਉੱਤੇ ਖਰਚਾ ਆਉਣਾ ਹੁੰਦਾ ਹੈ ਤਾਂ ਉਸ ਚੀਜ਼ ਨੂੰ ਵੀ ਇਹ ਘਟਾਉਂਦੇ ਆ, ਉਸ ਖਰਚੇ ਨੂੰ ਇਹ ਘਟਾਉਂਦੇ ਆ।
ਤੇ ਉਮੀਦ ਹੈ ਕਿ ਤੁਹਾਨੂੰ ਸਮਝ ਲੱਗ ਗਈ ਹੋਵੇਗੀ। ਤੇ ਅੱਜ ਦੇ ਲਈ ਇਹ ਅੱਜ ਤੁਹਾਡਾ ਜਿਹੜਾ ਚੈਪਟਰ ਹੈ ਇੱਥੇ ਖਤਮ ਹੋ ਗਿਆ ਹੈ। ਤੇ ਉਮੀਦ ਹੈ ਕਿ ਤੁਹਾਨੂੰ ਸਮਝ ਲੱਗਦੀ ਹੈ। ਤੇ ਜੇ ਸਮਝ ਲੱਗ ਰਹੀ ਹੈ ਤਾਂ ਪਲੀਜ਼ ਚੈਨਲ ਨੂੰ ਸ਼ੇਅਰ, ਸਬਸਕ੍ਰਾਈਬ ਤੇ ਲਾਈਕ ਕਰੋ। ਥੈਂਕ ਯੂ।